के यीशु दी आवाज़ देवेगा यीशु हर नज़ात पापी बंदे सुन के यीशु दी आवाज़ पापी बंदे सुन के यीशु दी आवाज़ देवेगा यीशु हर नज़ात पापी बंदे सुन के यीशु दी आवाज़ ओ पापी बंदे सुन के यीशु दी आवाज़। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਰੋਜ਼ਾਂ ਦਾ 5ਵਾਂ ਹਫ਼ਤੇ ਦਾ ਇਸ ਬੁੱਧਵਾਰ ਦੇ ਦਿਨ ਅਸੀਂ ਖੁਦਾ ਦੇ ਹਜ਼ੂਰੀ ਦੇ ਵਿੱਚ ਆਏ ਹਾਂ। ਪ੍ਰਭੂ ਯਿਸੂ ਮਸੀਹ ਨੂੰ ਜਾਣਨ ਲਈ, ਜੋ ਸੱਤ ਹੈ, ਸੱਚਾਈ ਹੈ, ਉਸ ਨੂੰ ਜਾਣਨ ਲਈ ਅਤੇ ਆਜ਼ਾਦ ਹੋਣ ਲਈ ਸਾਨੂੰ ਸੱਦਾ ਦਿੱਤਾ ਜਾਂਦਾ ਹੈ। ਆਓ ਹੁਣ ਅਸੀਂ ਇਸ ਪਵਿੱਤਰ ਕੁਰਬਾਨੀ ਨੂੰ ਚੜਾਉਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ, ਆਪਣੀਆਂ ਗੁਨਾਹਾਂ ਨੂੰ ਕਬੂਲ ਕਰੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲੇ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਏ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਏ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਏ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਇਹ ਦਿਆਲੂ ਖੁਦਾ ਕੁਫਾਰੇ ਦੇ ਕੰਮਾਂ ਰਾਹੀਂ ਸ਼ੁੱਧ ਹੋਏ ਆਪਣੇ ਬੱਚਿਆਂ ਨੂੰ ਆਪਣੇ ਚਾਨਣ ਨਾਲ ਰੋਸ਼ਨ ਕਰ। ਤੇਰੀ ਸੇਵਾ ਕਰਨ ਦੀ ਇੱਛਾ ਤੇਰੀ ਹੀ ਪ੍ਰੇਰਣਾ ਨਾਲ ਸਾਨੂੰ ਮਿਲਦੀ ਹੈ। ਬਖਸ਼ ਦੇ ਕਿ ਤੇਰੇ ਵੱਲੋਂ ਸਾਡੇ ਵਿੱਚ ਸ਼ੁਰੂ ਕੀਤਾ ਗਿਆ ਇਹ ਕੰਮ ਤੇਰੇ ਹੀ ਰਾਹੀਂ ਮੁਕੰਮਲ ਕੀਤਾ ਜਾਵੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜੀਵਨ ਦਾ ਤਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ ਆਮੀਨ। ਪਾਠ ਪਹਿਲਾ ਦਾਨੀਏਲ ਨਬੀ ਦੀ ਪੁਸਤਕ ਵਿੱਚੋਂ, ਉਸ ਦਾ 3 ਬਾਬ 13 ਤੋਂ 20, 24, 49 ਤੋਂ 50 ਅਤੇ
91 ਤੋਂ 95 ਆਇਤ ਤੱਕ। ਇਹ ਸੁਣ ਕੇ ਰਾਜਾ ਬਹੁਤ ਗੁੱਸੇ ਵਿੱਚ ਆਇਆ। ਉਸਨੇ ਸਦਰਕ, ਮੇਸ਼ਕ ਅਤੇ ਅਬਦਨਗੋ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। ਉਹ ਤਿੰਨੇ ਰਾਜਾ ਦੇ ਸਾਹਮਣੇ ਲਿਆਂਦੇ ਗਏ। ਨਬੂਕਦਨੇਸਰ ਨੇ ਉਹਨਾਂ ਤੋਂ ਪੁੱਛਿਆ, ਹੇ ਸਦਰਕ, ਮੇਸ਼ਕ ਅਤੇ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਾ ਦੀ ਪੂਜਾ ਅਤੇ ਮੇਰੇ ਬਣਾਏ ਬੁੱਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕੀਤਾ? ਇਸ ਲਈ ਹੁਣ ਜੇਕਰ ਤੁਸੀਂ ਤਿਆਰ ਹੋ ਤਾਂ ਇਹਨਾਂ ਸਾਜ਼ਾਂ ਬਿਗਲ, ਬੰਸਰੀ, ਸਾਰੰਗੀ, ਬਰਪਤ ਅਤੇ ਬੀਨ ਦੀ ਆਵਾਜ਼ ਸੁਣਦਿਆਂ ਹੀ ਬੁੱਤ ਅੱਗੇ ਮੱਥਾ ਟੇਕਣਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਛੇਤੀ ਹੀ ਬਲਦੀ ਅੱਗ ਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇਗਾ। ਕੋਈ ਅਜਿਹਾ ਦੇਵਤਾ ਹੈ ਜੋ ਤੁਹਾਨੂੰ ਮੇਰੇ ਹੱਥੋਂ ਬਚਾ ਸਕੇਗਾ? ਪਰ ਉਹਨਾਂ ਤਿੰਨਾਂ ਸਦਰਕ, ਮੇਸ਼ਕ ਅਤੇ ਅਬਦਨਗੋ ਨੇ ਕਿਹਾ, ਮਹਾਰਾਜ, ਅਸੀਂ ਤੁਹਾਡੇ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦੇਵਾਂਗੇ। ਜੇਕਰ ਕੋਈ ਅਜਿਹਾ ਹੈ ਤਾਂ ਉਹ ਸਾਡਾ ਖੁਦਾ ਹੈ, ਜਿਸ ਦੀ ਅਸੀਂ ਸੇਵਾ ਕਰਦੇ ਹਾਂ। ਉਹ ਸਾਨੂੰ ਬਲ ਦੀ ਭੱਠੀ ਅਤੇ ਤੁਹਾਡੇ ਹੱਥੋਂ ਬਚਾ ਸਕਦਾ ਹੈ। ਪਰ ਜੇਕਰ ਉਹ ਸਾਨੂੰ ਨਹੀਂ ਵੀ ਬਚਾਉਂਦਾ, ਫਿਰ ਵੀ ਅਸੀਂ ਨਾ ਤਾਂ ਤੁਹਾਡੇ ਦੇਵਤੇ ਦੀ ਪੂਜਾ ਕਰਾਂਗੇ ਅਤੇ ਨਾ ਹੀ ਤੁਹਾਡੇ ਵੱਲੋਂ ਸਥਾਪਿਤ ਬੁੱਤ ਅੱਗੇ ਸਿਰ ਝੁਕਾਵਾਂਗੇ। ਇਹ ਸੁਣ ਰਾਜਾ ਗੁੱਸੇ ਨਾਲ ਭੜਕ ਉੱਠਿਆ। ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਉਸਨੇ ਹੁਕਮ ਦਿੱਤਾ, ਅੱਗ ਦੀ ਭੱਠੀ ਨੂੰ ਪਹਿਲਾਂ ਨਾਲੋਂ 7 ਗੁਣਾ ਜ਼ਿਆਦਾ ਤੇਜ਼ ਕੀਤਾ ਜਾਵੇ। ਉਸਨੇ ਆਪਣੀ ਸੈਨਾ ਦੇ ਤਾਕਤਵਰ ਆਦਮੀਆਂ ਨੂੰ ਬੁਲਾਇਆ ਅਤੇ ਤਿੰਨਾਂ ਨੌਜਵਾਨਾਂ ਸਦਰਕ, ਮੇਸ਼ਕ ਅਤੇ ਅਬਦਨਗੋ ਨੂੰ ਬੰਨ੍ਹ ਕੇ ਬਲਦੀ ਭੱਠੀ ਵਿੱਚ ਸੁੱਟਣ ਦਾ ਹੁਕਮ ਦਿੱਤਾ। ਅੱਗ ਦੀ ਬਲਦੀ ਭੱਠੀ ਦੀਆਂ ਲਪਟਾਂ ਵਿੱਚ ਉਹ ਤਿੰਨੇ ਪ੍ਰਭੂ ਦੀ ਵਡਿਆਈ ਕਰਦੇ ਹੋਏ ਟਹਿਲਣ ਲੱਗੇ। ਪਰ ਅਜ਼ਰੀਆ ਉਸ ਦੇ ਮਿੱਤਰਾਂ ਦੇ ਨਾਲ ਪ੍ਰਭੂ ਦਾ ਫਰਿਸ਼ਤਾ ਵੀ ਭੱਠੀ ਵਿੱਚ ਉਤਰ ਆਇਆ। ਉਸ ਨੇ ਅੱਗ ਦੀਆਂ ਲਪਟਾਂ ਬਾਹਰ ਵੱਲ ਕਰ ਦਿੱਤੀਆਂ ਅਤੇ ਭੱਠੀ ਵਿਚਕਾਰ ਅਜਿਹੀ ਠੰਡੀ ਹਵਾ ਭਰ ਦਿੱਤੀ ਜਿਵੇਂ ਸਵੇਰ ਵੇਲੇ ਚੱਲਦੀ ਹੈ। ਇਸ ਲਈ ਅੱਗ ਉਹਨਾਂ ਨੂੰ ਫੜ ਤੱਕ ਨਾ ਸਕੀ, ਨਾ ਹੀ ਉਹਨਾਂ ਨੂੰ ਕੋਈ ਨੁਕਸਾਨ ਜਾਂ ਦੁੱਖ ਹੋਇਆ। ਰਾਜਾ ਨਬੂਕਦਨੇਸਰ ਭੱਠੀ ਦੇ ਅੰਦਰ ਦਾ ਨਜ਼ਾਰਾ ਵੇਖ ਹੈਰਾਨ ਹੋ ਗਿਆ। ਉਸ ਨੇ ਆਪਣੇ ਸਲਾਹਕਾਰਾਂ ਕੋਲੋਂ ਪੁੱਛਿਆ ਕਿ ਅਸੀਂ 3 ਆਦਮੀਆਂ ਨੂੰ ਕੱਪੜਿਆਂ ਸਮੇਤ ਬੰਨ੍ਹ ਕੇ ਭੱਠੀ ਵਿੱਚ ਨਹੀਂ ਸੁੱਟਿਆ ਸੀ? ਉਸ ਨੇ ਕਿਹਾ, ਮਹਾਰਾਜ, ਤੁਸੀਂ ਠੀਕ ਕਹਿ ਰਹੇ ਹੋ। ਰਾਜੇ ਨੇ ਉੱਤਰ ਦਿੱਤਾ, ਪਰ ਮੈਨੂੰ ਤਾਂ ਭੱਠੀ ਵਿੱਚ 4 ਮਨੁੱਖ ਟਹਿਲਦੇ ਨਜ਼ਰ ਆ ਰਹੇ ਹਨ। ਉਹਨਾਂ ਦੇ ਸਰੀਰ ਉੱਤੇ ਸੜਨ ਦਾ ਕੋਈ ਨਿਸ਼ਾਨ ਨਹੀਂ ਨਜ਼ਰ ਆ ਰਿਹਾ। ਚੌਥਾ ਮਨੁੱਖ ਸਵਰਗ ਦੇ ਫਰਿਸ਼ਤਿਆਂ ਵਾਂਗ ਲੱਗ ਰਿਹਾ ਹੈ। ਫਿਰ ਰਾਜਾ ਭੱਠੀ ਦੇ ਮੂੰਹ ਕੋਲ ਆ ਕੇ ਉੱਚੀ ਆਵਾਜ਼ ਨਾਲ ਪੁਕਾਰਨ ਲੱਗਾ, ਸਦਰਕ, ਮੇਸ਼ਕ ਅਤੇ ਅਬਦਨਗੋ, ਸਰਬ ਸ਼ਕਤੀਮਾਨ ਪ੍ਰਭੂ ਦੇ ਸੇਵਕੋ, ਬਾਹਰ ਆ ਜਾਓ। ਉਹ ਤਿੰਨੇ ਭੱਠੀ ਵਿੱਚੋਂ ਬਾਹਰ ਨਿਕਲ ਆਏ। ਤਦ ਸਭ ਰਾਜਕੁਮਾਰ, ਰਾਜਪਾਲ, ਸੈਨਾਪਤੀ ਅਤੇ ਬਾਕੀ ਅਧਿਕਾਰੀ ਇਕੱਠੇ ਹੋ ਕੇ ਉਹਨਾਂ ਕੋਲ ਆਏ ਅਤੇ ਵੇਖਿਆ ਉਹਨਾਂ ਤਿੰਨਾਂ ਦੇ ਸਰੀਰਾਂ ਨੂੰ ਅੱਗ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ, ਨਾ ਹੀ ਉਹਨਾਂ ਦੇ ਬਾਲ ਜਾਂ ਕੱਪੜੇ ਸੜੇ। ਇੱਥੋਂ ਤੱਕ ਕਿ ਉਹਨਾਂ ਦੇ ਕੋਲੋਂ ਧੂਏਂ ਦੀ ਬੋ ਵੀ ਨਹੀਂ ਆ ਰਹੀ ਸੀ। ਰਾਜੇ ਨੇ ਕਿਹਾ, ਸਦਰਕ, ਮੇਸ਼ਕ ਅਤੇ ਅਬਦਨਗੋ ਦਾ ਪ੍ਰਭੂ ਧੰਨ ਹੈ, ਜਿਸ ਨੇ ਆਪਣਾ ਫਰਿਸ਼ਤਾ ਭੇਜ ਕੇ ਆਪਣੇ ਤਿੰਨਾਂ ਭਗਤਾਂ ਦੀ ਰੱਖਿਆ ਕੀਤੀ ਹੈ। ਇਹਨਾਂ ਤਿੰਨਾਂ ਨੇ ਮੇਰੇ ਹੁਕਮਾਂ ਨੂੰ ਤੋੜ ਕੇ ਆਪਣੀ ਜਾਨ ਖਤਰੇ ਵਿੱਚ ਪਾਈ ਅਤੇ ਆਪਣੇ ਖੁਦਾ ਤੋਂ ਬਿਨਾਂ ਕਿਸੇ ਹੋਰ ਦੇਵਤੇ ਦੀ ਪੂਜਾ ਨਾ ਕੀਤੀ, ਨਾ ਹੀ ਬੁੱਤ ਅੱਗੇ ਸਿਰ ਝੁਕਾਇਆ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। आसरा मेरा
मेरा है तू ही ऐ खुदा, आसरा मेरा है तू ही ऐ खुदा। मेरा मालिक है तू मेरी सुनेगा, मेरा मालिक है तू मेरी सुनेगा, आसरा मेरा है तू ही ऐ खुदा, आसरा मेरा है तू ही ऐ खुदा। खुश न होवन मेरे बैरी मेरे पे, खुश न होवन मेरे बैरी मेरे पे। खुश न होवन मेरे बैरी मेरे पे, खुश न होवन मेरे बैरी मेरे पे, खुश न होवन मेरे बैरी मेरे पे, खुश न होवन मेरे बैरी मेरे पे। ओ न भूलन वेख मैं हादिक पिया, ओ न भूलन वेख मैं हादिक पिया। मेरा मालिक है तो मेरी सुनेगा, मेरा मालिक है तो मेरी सुनेगा, आसरा मेरा है तू ही है खुदा, आसरा मेरा है तू ही है खुदा। घर घर में अंजीर सुनाएंगे, प्यारे यीशु का नाम बताएंगे। घर घर में अंजीर सुनाएंगे, प्यारे यीशु का नाम बताएंगे। ऐसा छेड़ेंगे मिलकर तराना, जाग उठेगा सारा जमाना। ऐसा छेड़ेंगे मिलकर तराना, जाग उठेगा सारा जमाना। भूले भटकों को राह बदलाएंगे, प्यारे यीशु का नाम बताएंगे। घर घर में अंजीर सुनाएंगे, प्यारे यीशु का नाम बताएंगे। प्यारे यीशु का नाम बताएंगे, प्यारे यीशु का नाम बताएंगे। प्रभु ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯੂਹੰਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਫਿਰ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਸ ਉੱਤੇ ਈਮਾਨ ਲਿਆਂਦਾ ਸੀ ਕਿਹਾ, ਜੇਕਰ ਤੁਸੀਂ ਮੇਰੀ ਸਿੱਖਿਆ ਵਿੱਚ ਦ੍ਰਿੜ ਰਹੋਗੇ ਤਾਂ ਤੁਸੀਂ ਸੱਚਮੁੱਚ ਮੇਰੇ ਚੇਲੇ ਹੋਵੋਗੇ ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, ਅਸੀਂ ਅਬਰਾਹਮ ਦੀ ਸੰਤਾਨ ਹਾਂ
ਅਤੇ ਕਦੀ ਕਿਸੇ ਦੀ ਗੁਲਾਮ ਵਿੱਚ ਨਹੀਂ ਰਹੇ, ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਤੁਸੀਂ ਆਜ਼ਾਦ ਕੀਤੇ ਜਾਵੋਗੇ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਹਰ ਕੋਈ ਜੋ ਪਾਪ ਕਰਦਾ ਹੈ ਉਹ ਪਾਪ ਦਾ ਗੁਲਾਮ ਹੈ। ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ, ਪਰ ਪੁੱਤਰ ਸਦਾ ਰਹਿੰਦਾ ਹੈ। ਇਸ ਲਈ ਜੇਕਰ ਪੁੱਤਰ ਤੁਹਾਨੂੰ ਆਜ਼ਾਦ ਕਰਦਾ ਹੈ ਤਾਂ ਤੁਸੀਂ ਸੱਚਮੁੱਚ ਆਜ਼ਾਦ ਹੋਵੋਗੇ। ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਮ ਦੀ ਸੰਤਾਨ ਹੋ, ਫਿਰ ਵੀ ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹੋ। ਇਹ ਵਚਨ ਲਈ ਤੁਹਾਡੇ ਅੰਦਰ ਕੋਈ ਥਾਂ ਨਹੀਂ ਹੈ। ਮੈਂ ਉਹੀ ਦੱਸਦਾ ਹਾਂ ਜੋ ਮੈਂ ਆਪਣੇ ਬਾਪ ਕੋਲ ਵੇਖਿਆ ਹੈ, ਤੇ ਤੁਸੀਂ ਉਹੀ ਕਰਦੇ ਹੋ ਜੋ ਤੁਸੀਂ ਆਪਣੇ ਬਾਪ ਕੋਲੋਂ ਸੁਣਿਆ ਹੈ। ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, ਅਬਰਾਹਮ ਸਾਡਾ ਪਿਤਾ ਹੈ। ਯਿਸੂ ਨੇ ਉਹਨਾਂ ਨੂੰ ਕਿਹਾ, ਜੇਕਰ ਤੁਸੀਂ ਅਬਰਾਹਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਉਹੀ ਕਰਦੇ ਜੋ ਅਬਰਾਹਮ ਨੇ ਕੀਤਾ ਸੀ, ਪਰੰਤੂ ਹੁਣ ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹੋ। ਉਸ ਮਨੁੱਖ ਨੇ ਜਿਸ ਨੇ ਤੁਹਾਨੂੰ ਇਹ ਸੱਚਾਈ ਦੱਸੀ ਹੈ ਜੋ ਮੈਂ ਖੁਦਾ ਕੋਲੋਂ ਸੁਣੀ ਹੈ, ਅਬਰਾਹਮ ਨੇ ਇਹ ਤਾਂ ਨਹੀਂ ਕੀਤਾ ਸੀ। ਤੁਸੀਂ ਅਸਲ ਵਿੱਚ ਉਹੀ ਕਰਦੇ ਹੋ ਜੋ ਤੁਹਾਡਾ ਬਾਪ ਕਰਦਾ ਹੈ। ਉਹਨਾਂ ਨੇ ਉਸ ਨੂੰ ਕਿਹਾ, ਅਸੀਂ ਹਰਾਮਕਾਰੀ ਤੋਂ ਪੈਦਾ ਨਹੀਂ ਹੋਏ ਹਾਂ, ਸਾਡਾ ਇੱਕ ਹੀ ਪਿਤਾ ਹੈ ਅਤੇ ਉਹ ਖੁਦਾ ਬਾਪ ਹੈ। ਯਿਸੂ ਨੇ ਉਹਨਾਂ ਨੂੰ ਕਿਹਾ, ਜੇਕਰ ਖੁਦਾ ਤੁਹਾਡਾ ਬਾਪ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ, ਕਿਉਂਕਿ ਮੈਂ ਖੁਦਾ ਚੋਂ ਨਿਕਲਿਆ ਹਾਂ ਅਤੇ ਉਸ ਕੋਲੋਂ ਆਇਆ ਹਾਂ। ਮੈਂ ਆਪਣੇ ਆਪ ਹੀ ਨਹੀਂ ਆਇਆ, ਸਗੋਂ ਉਸ ਨੇ ਮੈਨੂੰ ਘੱਲਿਆ ਹੈ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦਾ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਸੱਚੀ ਆਜ਼ਾਦੀ ਦੇ ਬਾਰੇ ਗੱਲ ਕਰਦਾ ਹੈ। ਅਸਲ ਦੇ ਵਿੱਚ ਆਜ਼ਾਦੀ ਕੀ ਹੈ? ਅਸੀਂ ਆਜ਼ਾਦੀ ਦੇ ਬਾਰੇ ਬਹੁਤ ਕੁਝ ਸੁਣਿਆ, ਆਜ਼ਾਦੀ ਦੇ ਲਈ ਲੜਾਈ ਦੇ ਬਾਰੇ ਅਸੀਂ ਸੁਣਿਆ। ਬਹੁਤ ਸਾਰੇ ਮੁਲਕਾਂ ਦੇ ਵਿੱਚ ਆਜ਼ਾਦੀ ਦੀ ਲੜਾਈ ਲੜਿਆ ਗਿਆ, ਪਰ ਆਜ਼ਾਦੀ ਸ਼ਬਦ ਦਾ ਅਰਥ ਇਹ ਹੈ ਜਦੋਂ ਸਾਡੇ ਉੱਤੇ ਕੋਈ ਦਬਾਅ ਨਹੀਂ ਹੁੰਦਾ, ਸਾਨੂੰ ਆਪਣੀ ਮਰਜ਼ੀ ਨਾਲ ਜਿੱਥੇ ਚਾਹੀਦਾ ਉੱਥੇ ਚੱਲ ਫਿਰ ਸਕਦੇ ਹਾਂ, ਆਪਣੀ ਰਾਏ ਨੂੰ ਅਸੀਂ ਪੇਸ਼ ਕਰ ਸਕਦੇ ਹਾਂ। ਉਦੋਂ ਅਸੀਂ ਕਹਿ ਸਕਦੇ ਹਾਂ ਅਸੀਂ ਆਜ਼ਾਦ ਹਾਂ। ਪਰ ਪ੍ਰਭੂ ਯਿਸੂ ਮਸੀਹ ਆਜ਼ਾਦੀ ਦੇ ਬਾਰੇ ਅੱਜ ਸਾਡੇ ਨਾਲ ਗੱਲ ਕਰ ਰਿਹਾ ਹੈ। ਉਸ ਦਾ ਕੀ ਅਰਥ ਹੈ? ਆਓ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ। ਪ੍ਰਭੂ ਯਿਸੂ ਮਸੀਹ ਆਖਦਾ ਹੈ, ਤੁਸੀਂ ਸੱਚ ਨੂੰ ਜਾਣੋ ਅਤੇ ਸੱਚ ਤੁਹਾਨੂੰ ਆਜ਼ਾਦ ਕਰੇਗੀ। ਅਤੇ ਸੰਤ ਯੂਹੰਨਾ ਦੇ ਅੰਜੀਲ ਦੇ ਵਿੱਚ ਕੁਝ ਸਮੇਂ ਬਾਅਦ ਪ੍ਰਭੂ ਯਿਸੂ ਮਸੀਹ ਆਖਦਾ ਹੈ, ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ। ਸੱਚ ਨੂੰ ਜਾਣੋ ਅਤੇ ਸੱਚ ਤੁਹਾਨੂੰ ਆਜ਼ਾਦ ਕਰੇਗੀ। ਇਸ ਦਾ ਮਤਲਬ ਪ੍ਰਭੂ ਯਿਸੂ ਮਸੀਹ ਨੂੰ ਜਾਣੋ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਆਜ਼ਾਦ ਕਰੇਗਾ। ਪ੍ਰਭੂ ਯਿਸੂ ਮਸੀਹ ਆਖਦਾ ਹੈ, ਜੋ ਪਾਪ ਕਰਦਾ ਹੈ ਉਹ ਪਾਪ ਦਾ ਗੁਲਾਮ ਹੈ ਅਤੇ ਸੱਚੀ ਆਜ਼ਾਦੀ ਲਈ ਪ੍ਰਭੂ ਯਿਸੂ ਮਸੀਹ ਦੀਆਂ ਵਚਨਾਂ ਨੂੰ ਸੁਣਨਾ, ਵਚਨਾਂ ਨੂੰ ਸੁਣ ਕੇ ਸਾਡੇ ਮਨ ਦੇ ਵਿੱਚ ਪਰਿਵਰਤਨ ਲਿਆਉਣਾ, ਪ੍ਰਭੂ ਯਿਸੂ ਮਸੀਹ ਵੱਲ ਮੁੜਨਾ, ਉਦੋਂ ਅਸੀਂ ਸੱਚੀ ਆਜ਼ਾਦੀ, ਜੋ ਆਜ਼ਾਦੀ ਇਹ ਦੁਨੀਆ ਵਿੱਚੋਂ ਸਾਨੂੰ ਮਿਲਦੀ ਉਹ ਨਹੀਂ, ਜੋ ਆਜ਼ਾਦੀ ਸਾਨੂੰ ਖੁਦਾ ਦੇ ਪੁੱਤਰ ਪੁੱਤਰੀ ਹੋਣ ਨਾਲ ਸਾਨੂੰ ਮਿਲਦਾ ਹੈ, ਉਹ ਆਜ਼ਾਦੀ ਅਸੀਂ ਅਨੁਭਵ ਕਰਾਂਗੇ ਜਦੋਂ ਅਸੀਂ ਸਾਡੀਆਂ ਗੁਨਾਹਾਂ ਤੋਂ ਮੁਕਤ ਹੋ ਕੇ ਪ੍ਰਭੂ ਯਿਸੂ ਮਸੀਹ ਦੀ ਸੰਗਤ ਵਿੱਚ ਆ ਜਾਂਦੇ ਹਾਂ। ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਅਨੁਸਾਰ ਜਦੋਂ ਅਸੀਂ ਚੱਲਦੇ ਹਾਂ, ਅਸੀਂ ਸੱਚਮੁੱਚ ਉਹ ਆਜ਼ਾਦੀ ਜਿਸ ਦੇ ਬਾਰੇ ਪ੍ਰਭੂ ਯਿਸੂ ਮਸੀਹ ਵਾਅਦਾ ਕਰਦਾ ਹੈ, ਉਸ ਨੂੰ ਅਸੀਂ ਅਨੁਭਵ ਕਰਾਂਗੇ। ਅੱਜ ਦਾ ਪਹਿਲਾ ਪਾਠ ਦੇ ਵਿੱਚ ਅਸੀਂ ਉਹਨਾਂ 3
ਨੌਜਵਾਨਾਂ ਦੇ ਬਾਰੇ ਅਸੀਂ ਸੁਣਿਆ, ਸਦਰਕ, ਮੇਸ਼ਕ ਅਤੇ ਅਬਦਨਗੋ, ਜਿਨ੍ਹਾਂ ਨੂੰ ਰਾਜਾ ਨਬੂਕਦਨੇਸਰ ਨੇ ਕੈਦ ਕੀਤਾ ਹੋਇਆ ਸੀ, ਕਿਉਂਕਿ ਰਾਜਾ ਵੱਲੋਂ ਬਣਾਏ ਗਏ ਬੁੱਤ ਦਾ ਉਹ ਆਰਾਧਨਾ ਨਹੀਂ ਕੀਤੀ। ਉਹ ਇੱਕ ਹੀ ਖੁਦਾ ਦਾ ਆਰਾਧਨਾ ਕਰਨਾ ਚਾਹੁੰਦੇ ਸਨ ਅਤੇ ਨਬੂਕਦਨੇਸਰ ਉਹਨਾਂ ਨੂੰ ਕੈਦ ਕਰਕੇ ਅੱਗ ਦੇ ਭੱਟੀ ਦੇ ਵਿੱਚ ਸੁੱਟ ਦਿੱਤਾ। ਹੁਣ ਪਹਿਲਾ ਪਾਠ ਦੇ ਵਿੱਚ ਇਹਨਾਂ 3 ਨੌਜਵਾਨਾਂ ਨੂੰ ਵੇਖਦੇ ਹਾਂ। ਪਵਿੱਤਰ ਅੰਜੀਲ ਦੇ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿਰੋਧ ਕਰਨ ਵਾਲਿਆਂ ਨੂੰ ਅਸੀਂ ਵੇਖਦੇ ਹਾਂ। ਇਹਨਾਂ ਦੋਵਾਂ ਦੇ ਵਿੱਚ ਅਸੀਂ ਉਹ ਆਜ਼ਾਦੀ ਨੂੰ ਅਸੀਂ ਵੇਖ ਸਕਦੇ ਹਾਂ। ਸੱਚਮੁੱਚ ਉਹਨਾਂ 3 ਨੌਜਵਾਨਾਂ ਉਹ ਆਜ਼ਾਦ ਨਹੀਂ ਸਨ, ਇਸ ਦੁਨੀਆ ਦੇ ਮਤਲਬ ਦੇ ਵਿੱਚ ਉਹ ਆਜ਼ਾਦ ਨਹੀਂ ਸਨ, ਉਹ ਕੈਦਖਾਨੇ ਦੇ ਵਿੱਚ ਸਨ, ਪਰ ਉਹ ਖੁਦਾ ਤੋਂ ਸਿਵਾਏ ਕਿਸੇ ਹੋਰ ਦੇਵੀ ਦੇਵਤਿਆਂ ਦਾ ਆਰਾਧਨਾ ਨਹੀਂ ਕਰਨਾ ਚਾਹੁੰਦੇ ਸਨ। ਉਹ ਸਿਰਫ ਖੁਦਾ ਦੀ ਹੀ ਆਰਾਧਨਾ ਕਰਨਾ ਚਾਹੁੰਦੇ ਸਨ। ਇਸ ਲਈ ਉਹ ਕੈਦਖਾਨੇ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਉਹ ਸੱਚੀ ਆਜ਼ਾਦੀ ਦਾ ਅਹਿਸਾਸ ਕਰ ਰਿਹਾ ਸੀ। ਤੇ ਖੁਦਾ ਨੇ ਕਿਸ ਤਰ੍ਹਾਂ ਉਹਨਾਂ ਨੂੰ ਉਸ ਅੱਗ ਦੀ ਪੱਟੀ ਦੇ ਵਿੱਚੋਂ ਬਚਾਇਆ, ਅਸੀਂ ਵਚਨ ਦੇ ਵਿੱਚੋਂ ਸੁਣਿਆ। ਹੁਣ ਦੂਸਰੇ ਪ੍ਰਭੂ ਯਿਸੂ ਮਸੀਹ ਦਾ ਵਿਰੋਧ ਕਰਨ ਵਾਲੇ ਉਹ ਸੋਚਦੇ ਸਨ ਕਿ ਉਹ ਸੱਚਮੁੱਚ ਆਜ਼ਾਦ ਸਨ, ਪਰ ਉਹਨਾਂ ਦੇ ਗੁਨਾਹਾਂ ਨੇ ਉਹਨਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ। ਪ੍ਰਭੂ ਯਿਸੂ ਮਸੀਹ ਸਾਨੂੰ ਆਜ਼ਾਦ ਕਰਦਾ ਹੈ ਸਾਡੀਆਂ ਗੁਨਾਹਾਂ ਤੋਂ, ਅਤੇ ਜਦੋਂ ਅਸੀਂ ਆਪਣੇ ਗੁਨਾਹਾਂ ਤੋਂ ਆਜ਼ਾਦ ਹੋ ਕੇ ਪ੍ਰਭੂ ਯਿਸੂ ਮਸੀਹ ਦੇ ਹੁਕਮਾਂ ਦੇ ਅਨੁਸਾਰ ਅਸੀਂ ਚੱਲਾਂਗੇ, ਅਸੀਂ ਸੱਚਮੁੱਚ ਉਸ ਆਜ਼ਾਦੀ ਦਾ ਅਸੀਂ ਵੀ ਅਹਿਸਾਸ ਕਰਾਂਗੇ, ਜਿਸ ਦੀ ਅਹਿਸਾਸ ਉਹਨਾਂ 3 ਨੌਜਵਾਨਾਂ ਨੇ ਕੀਤਾ ਸੀ। ਪ੍ਰਭੂ ਯਿਸੂ ਮਸੀਹ ਦੇ ਵਿਰੋਧ ਕਰਨ ਵਾਲੇ ਪ੍ਰਭੂ ਯਿਸੂ ਮਸੀਹ ਨੂੰ ਦੱਸਦੇ ਹਨ ਕਿ ਅਸੀਂ ਅਬਰਾਹਮ ਦੇ ਸੰਤਾਨ ਹਾਂ। ਕਦੀ ਕਦੀ ਅਸੀਂ ਵੀ ਇਸ ਤਰ੍ਹਾਂ ਦਾ ਅਸੀਂ ਗੱਲ ਕਰਦੇ ਹਾਂ, ਅਸੀਂ ਆਖਦੇ ਹਾਂ ਸਾਡੇ ਪੁਰਖੇ ਕਾਫੀ ਪਿਛਲੇ ਸਮੇਂ ਤੋਂ ਮਸੀਹ ਦੇ ਵਿੱਚ ਸੀ, ਅਸੀਂ ਕਾਫੀ ਸਮੇਂ ਤੋਂ ਈਸਾਈ ਹਾਂ। ਪਰ ਪ੍ਰਭੂ ਯਿਸੂ ਮਸੀਹ ਦਾ ਜਵਾਬ, ਜੇਕਰ ਤੁਸੀਂ ਅਬਰਾਹਮ ਦੇ ਸੰਤਾਨ ਹੋ, ਤੁਹਾਨੂੰ ਉਹ ਕਰਨਾ ਚਾਹੀਦਾ ਜੋ ਅਬਰਾਹਮ ਨੇ ਕੀਤਾ, ਅਤੇ ਸਾਨੂੰ ਪਤਾ ਹੈ ਅਬਰਾਹਮ ਨੇ ਕੀ ਕੀਤਾ। ਅਸੀਂ ਅਬਰਾਹਮ ਨੂੰ ਈਮਾਨ ਦੇ ਵਿੱਚ ਸਾਡਾ ਬਾਪ ਅਖਵਾਉਂਦੇ ਹਾਂ। ਉਸਨੇ ਆਪਣੇ ਜ਼ਿੰਦਗੀ ਦੇ ਵਿੱਚ ਪ੍ਰਭੂ ਤੇ ਭਰੋਸਾ ਰੱਖਿਆ, ਇਸ ਲਈ ਅਸੀਂ ਉਸ ਨੂੰ ਵਿਸ਼ਵਾਸ ਕਰਨ ਵਾਲਿਆਂ ਦਾ ਬਾਪ ਆਖਦੇ ਹਾਂ। ਪ੍ਰਭੂ ਤੇ ਉਸ ਦਾ ਭਰੋਸਾ ਕਦੇ ਵੀ ਡਾਵਾਂ ਡੋਲ ਨਹੀਂ ਹੋਇਆ। ਜੇਕਰ ਅਸੀਂ ਅਬਰਾਹਮ ਦੇ ਸੰਤਾਨ ਹਾਂ, ਸਾਨੂੰ ਵੀ ਉਸੇ ਤਰ੍ਹਾਂ ਦੀ ਭਰੋਸਾ ਪ੍ਰਭੂ ਤੇ ਸਾਨੂੰ ਰੱਖਣਾ ਚਾਹੀਦਾ ਹੈ। ਇਹ ਰੋਜ਼ਿਆਂ ਦੇ ਸਮੇਂ ਦੇ 5ਵਾਂ ਹਫ਼ਤੇ ਵਿੱਚ ਹਾਂ। ਅਸੀਂ ਕੁਝ ਦਿਨਾਂ ਬਾਅਦ ਅਸੀਂ ਪ੍ਰਭੂ ਯਿਸੂ ਮਸੀਹ ਦਾ ਉਸ ਪਾਸਕਾ ਪੇਦ ਨੂੰ ਅਸੀਂ ਮਨਾਉਣ ਵਾਲੇ ਹਾਂ, ਜਿਸ ਰਾਹੀਂ ਸਾਨੂੰ ਗੁਨਾਹਾਂ ਦੀ ਮਾਫੀ ਮਿਲਦੀ ਹੈ, ਸਾਨੂੰ ਸੱਚੀ ਆਜ਼ਾਦੀ ਮਿਲਦੀ ਹੈ। ਆਓ ਅਸੀਂ ਇਹਨਾਂ ਸਮਿਆਂ ਵਿੱਚ ਪ੍ਰਭੂ ਯਿਸੂ ਮਸੀਹ ਬਾਰੇ ਜੋ ਸੱਚਾਈ ਹੈ, ਜਿਸ ਨੇ ਆਖਿਆ ਮੈਂ ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ, ਉਸ ਸੱਤ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ। ਰੂਪਕ ਦੀਆਂ ਹਦਾਇਤਾਂ ਵੱਲ ਧਿਆਨ ਦੇਈਏ, ਆਪਣੀਆਂ ਗੁਨਾਹਾਂ ਉੱਤੇ ਪਛਤਾਵਾ ਕਰਦੇ ਹੋਏ, ਮਾਫੀ ਹਾਸਲ ਕਰਦੇ ਹੋਏ ਅਸੀਂ ਉਹ ਸਹੀ ਆਜ਼ਾਦੀ ਦਾ ਅਹਿਸਾਸ ਕਰੀਏ। ਖੁਦਾ ਅਸਾਂ ਸਾਰਿਆਂ ਨੂੰ ਬਰਕਤ ਦੇਵੇ, ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਅਤੇ ਆਮੀਨ। ਆਮੀਨ। सूली वाले शफी
तेरे विच दरबार में आया, दिल नजराना नाल आया। मेरे ते कर रहम दा साया, दुखां तो छुट जावा मैं। मेरे ते कर रहम दा साया, दुखां तो छुट जावा मैं। यीशु सूली वाले शाफी, नजरा तेनू चढ़ावा मैं। गीत तेरे नाम दे शाफी, लोकां नूं सुनावा मैं। लोकां नूं सुनावा मैं। लोकां नूं सुनावा मैं। ਭਰਾਵੋ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੀ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਏ ਪ੍ਰਭੂ, ਇਸ ਕੁਰਬਾਨੀ ਨੂੰ ਕਬੂਲ ਕਰ ਜੋ ਤੇਰੀ ਪਾਕ ਨਾਮ ਨੂੰ ਛਡਾਉਣ ਲਈ ਤੂੰ ਆਪ ਸਾਨੂੰ ਦਿੱਤੀ ਹੈ। ਇਸ ਨੂੰ ਸਾਡੇ ਲਈ ਮੁਕਤੀ ਦਾ ਸੋਮਾ ਬਣਾ ਦੇ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਤੇਰਾ ਪਿਆਰ ਬੇਅੰਤ ਹੈ। ਤੂੰ ਲਗਾਤਾਰ ਗੁਨਾਹਗਾਰਾਂ ਨੂੰ ਬੁਲਾਉਂਦਾ ਰਹਿੰਦਾ ਹੈ ਤਾਂ ਜੋ ਤੇਰੀ ਰੂਹ ਵਿੱਚ ਉਹ ਆਪਣੇ ਆਪ ਨੂੰ ਨਵਾਂ ਕਰਨ। ਤੂੰ ਆਪਣੀ ਖੁਦਾਈ ਕੁਦਰਤ ਨੂੰ ਸਭ ਤੋਂ ਜ਼ਿਆਦਾ ਆਪਣੀ ਮਾਫੀ ਦੇ ਫਜ਼ਲ ਦੇਣ ਦੇ ਰਾਹੀਂ ਜ਼ਾਗਰ ਕਰਦਾ ਹੈ। ਕਈ ਵਾਰ ਮਨੁੱਖ ਨੇ ਤੇਰੀ ਮੁਕਤੀ ਦੀ ਯੋਜਨਾ ਨੂੰ ਤੋੜਿਆ, ਪਰ ਉਸ ਨੂੰ ਤਿਆਗ ਦੇਣ ਦੀ ਬਜਾਏ ਆਪਣੇ ਬੇਟੇ ਅਤੇ ਸਾਡੇ ਮੁਕਤੀ ਦਾਤੇ ਯਿਸੂ ਮਸੀਹ ਦੇ ਰਾਹੀਂ ਤੂੰ ਮਨੁੱਖ ਨਾਲ ਇੱਕ ਨਵਾਂ ਬੰਧਨ ਜੋੜਿਆ, ਇੱਕ ਅਜਿਹਾ ਮਜ਼ਬੂਤ ਬੰਧਨ ਜੋ ਕਦੀ ਵੀ ਕੋਈ ਤੋੜ ਨਹੀਂ ਸਕਦਾ। ਤੂੰ ਸਾਨੂੰ ਵੀ ਮੇਲ ਮਿਲਾਪ ਅਤੇ ਸ਼ਾਂਤੀ ਦਾ ਇਹ ਸਮਾਂ ਬਖਸ਼ਦਾ ਹੈ ਤਾਂ ਜੋ ਸਿਰਫ ਤੇਰੀ ਦਇਆ ਦੇ ਪ੍ਰਤੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੌਂਪ ਦਿੰਦੇ ਹੋਏ ਤੇਰੇ ਵੱਲ ਮੁੜ ਆਉਣ ਦੇ ਰਾਹ ਨੂੰ ਅਸੀਂ ਫਿਰ ਲੱਭ ਲਈਏ। ਰੂਹ ਪਾਕ ਦੇ ਲਈ ਆਪਣੇ ਦਿਲ ਨੂੰ ਖੋਲ੍ਹ ਦਿੰਦੇ ਹੋਏ ਯਿਸੂ ਮਸੀਹ ਵਿੱਚ ਨਵਾਂ ਜੀਵਨ ਜੀ ਸਕੀਏ। ਸਦਾ ਤੇਰੇ ਨਾਂ ਦੀ ਸਨਾ ਗਾਉਂਦੇ ਰਹੀਏ ਅਤੇ ਆਪਣੇ ਭੈਣ ਭਰਾਵਾਂ ਦੀ ਸੇਵਾ ਕਰਦੇ ਰਹੀਏ। ਤੇਰੇ ਰਹਿਮ ਦੇ ਇਸ ਭੇਦ ਦੇ ਕਾਰਨ ਫਿਰ ਲੱਭੀ ਪਈ ਮੁਕਤੀ ਦੀ ਖੁਸ਼ੀ ਵਿੱਚ ਅਸੀਂ ਸਾਰੇ ਸੰਤਾਂ ਤੇ ਫਰਿਸ਼ਤਿਆਂ ਦੇ ਲਸ਼ਕਰਾਂ ਨਾਲ ਮਿਲ ਕੇ ਤੇਰੀ ਮਹਿਮਾ ਗਾਉਂਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਏ ਪ੍ਰਭੂ, ਤੂੰ ਸੱਚਮੁੱਚ ਪਾਕ ਹੈ। ਦੁਨੀਆ ਦੀ ਰਚਨਾ ਤੋਂ ਲੈ ਕੇ ਆਪਣੇ ਪਿਆਰ ਦੀ ਯੋਜਨਾ ਵਿੱਚ ਤੂੰ ਸਾਨੂੰ ਹਿੱਸੇਦਾਰ ਬਣਾਇਆ ਤਾਂ ਜੋ ਅਸੀਂ ਉਸੇ ਤਰ੍ਹਾਂ ਪਾਕ ਬਣੀਏ ਜਿਵੇਂ ਤੂੰ ਪਾਕ ਹੈ। ਤੇਰੇ ਅੱਗੇ ਇਕੱਠੇ ਹੋਏ ਇਹਨਾਂ ਲੋਕਾਂ ਵੱਲ ਨਿਗਾਹ ਕਰ ਅਤੇ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਤੇਰੇ ਅਤੀ ਪਿਆਰੇ ਬੇਟੇ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਦੇ ਵਿੱਚ ਅਸੀਂ ਤੇਰੇ ਬੱਚੇ ਬਣੇ ਹਾਂ। ਗੁਨਾਹਾਂ ਦੇ ਕਾਰਨ ਅਸੀਂ ਮਰ ਗਏ ਸਾਂ ਅਤੇ ਤੇਰੇ ਸਾਹਮਣੇ ਆਉਣ ਲਈ ਅਯੋਗ ਸਾਂ, ਪਰ ਤੂੰ ਸਾਨੂੰ ਆਪਣੀ ਰਹਿਮ ਦਾ ਸਭ ਤੋਂ ਵਧੀਆ ਸਬੂਤ ਦਿੱਤਾ ਜਦੋਂ ਤੇਰੇ ਬੇਟੇ ਨੇ, ਜੋ ਇਕੱਲਾ ਹੀ ਨੇਕ ਦੇ ਬੇਗੁਨਾਹ ਹੈ, ਆਪਣੇ ਆਪ ਨੂੰ ਸਾਡੇ ਲਈ ਸੌਂਪ ਦਿੱਤਾ ਅਤੇ ਇੱਕ ਕਿੱਲਾਂ ਨਾਲ ਵਿੰਨੇ ਹੋਏ ਸਲੀਬ ਉੱਤੇ ਟੰਗੇ ਜਾਣ ਨੂੰ ਵੀ ਤਿਆਰ ਹੋਇਆ।
ਸਲੀਬ ਉੱਤੇ ਆਪਣੀਆਂ ਬਾਹਾਂ ਪਸਾਰ ਕੇ ਸੁਰਗ ਦੇ ਧਰਤੀ ਵਿਚਕਾਰ ਸਦੀਵੀ ਨੇਮ ਦੇ ਨਿਸ਼ਾਨ ਵਜੋਂ ਟੰਗੇ ਜਾਣ ਤੋਂ ਪਹਿਲਾਂ ਉਸਨੇ ਆਪਣੇ ਚੇਲਿਆਂ ਨਾਲ ਇਕੱਠੇ ਪਾਸਕਾ ਮਨਾਉਣਾ ਚਾਹਿਆ। ਭੋਜਨ ਕਰਨ ਦੇ ਸਮੇਂ ਉਸਨੇ ਰੋਟੀ ਲੈ ਕੇ ਧੰਨਵਾਦ ਕੀਤਾ, ਬਰਕਤ ਦੀ ਪ੍ਰਾਰਥਨਾ ਕਰਦੇ ਹੋਏ ਰੋਟੀ ਤੋੜੀ ਅਤੇ ਉਹਨਾਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਇਹ ਜਾਣਦੇ ਹੋਏ ਕਿ ਸਲੀਬ ਉੱਤੇ ਵਹਾਏ ਲਹੂ ਰਾਹੀਂ ਉਹ ਸਭ ਕੁਛ ਦਾ ਆਪਣੇ ਵਿੱਚ ਮੁੜ ਬਹਾਲ ਕਰਕੇ ਫਿਰ ਮੇਲ ਕਰਾਉਣ ਵਾਲਾ ਹੈ, ਉਸਨੇ ਅੰਗੂਰੀ ਮੇਹ ਨਾਲ ਭਰਿਆ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕੀਤਾ ਅਤੇ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਹ ਮਨ ਦਾ ਭੇਦ ਹੈ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਏ ਪ੍ਰਭੂ, ਅਸੀਂ ਯਿਸੂ ਮਸੀਹ ਤੇਰੇ ਬੇਟੇ ਦੀ ਮੌਤ ਅਤੇ ਉਸ ਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹਾਂ, ਜੋ ਸਾਡਾ ਪਾਸਕਾ ਤੇ ਸਾਡੀ ਸ਼ਾਂਤੀ ਹੈ। ਦੁਨੀਆ ਦੇ ਅੰਤ ਤੇ ਉਸ ਦੇ ਮੁੜ ਆਉਣ ਦੇ ਮੁਬਾਰਕ ਦਿਨ ਦੀ ਉਡੀਕ ਕਰਦੇ ਹੋਏ ਇਹ ਸੱਚੇ ਅਤੇ ਵਿਸ਼ਵਾਸਯੋਗ ਖੁਦਾ, ਅਸੀਂ ਤੈਨੂੰ ਇਹ ਕੁਰਬਾਨੀ ਛਡਾਉਂਦੇ ਹਾਂ ਜੋ ਤੇਰੇ ਪਿਆਰ ਵਿੱਚ ਸਾਰੀ ਮਨੁੱਖ ਜਾਤੀ ਦਾ ਮੇਲ ਮਿਲਾਪ ਕਰਾਉਂਦੀ ਹੈ। ਇਹ ਬਾਪ, ਆਪਣੇ ਇਸ ਪਰਿਵਾਰ ਵੱਲ ਨਿਗਾਹ ਕਰ ਜਿਸ ਦਾ ਤੂੰ ਆਪਣੇ ਬੇਟੇ ਯਿਸੂ ਮਸੀਹ ਦੀ ਇੱਕੋ ਹੀ ਕੁਰਬਾਨੀ ਰਾਹੀਂ ਆਪਣੇ ਨਾਲ ਮੇਲ ਕਰਾਉਂਦਾ ਹੈ। ਸਾਨੂੰ ਰੂਹ ਪਾਕ ਦੀ ਸ਼ਕਤੀ ਦਾ ਵਰਦਾਨ ਦੇ, ਤਾਂ ਜੋ ਅਸੀਂ ਹਰ ਤਰ੍ਹਾਂ ਦੀ ਫੁੱਟ ਅਤੇ ਭੇਦਭਾਵ ਨੂੰ ਖਤਮ ਕਰਕੇ ਮਸੀਹ ਵਿੱਚ ਇੱਕ ਸਰੀਰ ਬਣ ਜਾਈਏ। ਇਹ ਪ੍ਰਭੂ, ਸਾਡੇ ਸੰਤ ਪਾਪਾ ਫਰਾਂਸਿਸ ਦੇ ਨਾਲ, ਸਾਡੇ ਬਿਸ਼ਪਾਂ ਫ੍ਰੈਂਕੋ ਦੇ ਅਗਨੈਲੋ ਦੇ ਨਾਲ ਅਤੇ ਸਾਰੇ ਪੁਰੋਹਿਤਾਂ ਨਾਲ ਈਮਾਨ ਅਤੇ ਪਿਆਰ ਦੀ ਏਕਤਾ ਵਿੱਚ ਸਾਨੂੰ ਸਦਾ ਸੰਭਾਲ ਕੇ ਰੱਖ। ਸਾਡੀ ਮਦਦ ਕਰ ਤਾਂ ਕਿ ਅਸੀਂ ਇਕੱਠੇ ਉਸ ਦਿਨ ਤੱਕ ਤੇਰੇ ਰਾਜ ਦੀ ਉਸਾਰੀ ਕਰੀਏ ਜਦ ਅਸੀਂ ਤੇਰੇ ਸਾਹਮਣੇ ਖੜੇ ਹੋ ਜਾਵਾਂਗੇ। ਉਸ ਦਿਨ ਅਸੀਂ ਤੇਰੇ ਘਰ ਵਿੱਚ ਸੰਤਾਂ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ, ਉਸੇ ਕੁਆਰੀ ਦੇ ਮੁਬਾਰਕ ਵਰਸੰਦ ਯੂਸਫ, ਧੰਨ ਰਸੂਲਾਂ ਅਤੇ ਸਾਰੇ ਮੋਏ ਹੋਏ ਭੈਣ ਭਰਾਵਾਂ ਦੇ ਨਾਲ, ਜਿਨ੍ਹਾਂ ਦੇ ਲਈ ਅਸੀਂ ਤੇਰੀ ਮਿਹਰ ਮੰਗਦੇ ਹਾਂ, ਤੇਰੇ ਸਾਹਮਣੇ ਆਵਾਂਗੇ। ਉਸ ਸਮੇਂ ਅਸੀਂ ਗੁਨਾਹ ਅਤੇ ਮੌਤ ਦੇ ਹਰ ਕਿਸਮ ਦੇ ਦਬਾਅ ਤੋਂ ਮੁਕਤ ਹੋ ਕੇ ਅਤੇ ਨਵੀਂ ਸ੍ਰਿਸ਼ਟੀ ਵਿੱਚ ਸ਼ਾਮਲ ਹੋ ਕੇ ਖੁਸ਼ੀ ਨਾਲ ਆਪਣੇ ਪ੍ਰਭੂ ਯਿਸੂ ਮਸੀਹ ਦੇ ਧੰਨਵਾਦ ਦੇ ਗੀਤ ਗਾਵਾਂਗੇ, ਜੋ ਅਨੰਤ ਕਾਲ ਤੱਕ ਜਿਉਂਦਾ ਰਹਿੰਦਾ ਹੈ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇੱਕ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਸਾਡੇ ਮੁਕਤੀਦਾਤੇ ਦੇ ਹੁਕਮ ਦੇ ਮੁਤਾਬਿਕ
ਅਤੇ ਉਸ ਦੇ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਲੇਰੀ ਕਰਦੇ ਹਾਂ, ਇਹ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਆਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ 'ਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਏ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਏ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੁਮ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। खुदा दे तू दुनिया दे गुनाह चुक ले जांदा है। ले खुदा दे, ले खुदा दे साडे उते दया करो। ले खुदा दे तू दुनिया दे गुनाह चुक ले जांदा है। ले खुदा दे, ले खुदा दे साडे उते दया करो। ले खुदा दे तू दुनिया दे गुनाह चुक ले जांदा है। ले खुदा दे, ले खुदा दे सानू शांति प्रदान करो, सानू शांति प्रदान करो। ਦੇਖੋ ਖੁਦਾ ਦਾ ਲੇਲਾ ਇਹਨੂੰ ਵੇਖੋ, ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। शराकत लैन चलिए, यीशु सारियां नूं कोल बुलावंदा। थके मांदियां ते पार हेठां दबिया, दुखी दिलां नूं आराम पहुंचावंदा। आओ पाक शराकत लैन चलिए, यीशु सारियां नूं कोल बुलावंदा। थके मांदियां ते पार हेठां दबिया, दुखी दिलां नूं आराम पहुंचावंदा। आओ पाक शराकत लैन चलिए।
जिंदगी दी यीशु ने फरमाया है। जिंदा रोटी मैं जिंदगी दी यीशु ने फरमाया है। उतर आया आसमाना तो दरस इंसान उते आया है। जेड़ा साफ दिल नाल रोटी खावदा ओते जिंदगी सदा भली पावदा। तके मांझां दे पार हेठा दबिया दुखी दिलां नूं आराम पहुंचावदा। आओ पाक शराकत लैन चलिए यीशु सारियां नूं कोल बुलावदा। तके मांझां दे पार हेठा दबिया दुखी दिलां नूं आराम पहुंचावदा। दुखी दिलां नूं आराम पहुंचावदा। दुखी दिलां नूं आराम पहुंचावदा। ਅਸੀਂ ਪ੍ਰਾਰਥਨਾ ਕਰੀਏ। ਏ ਪ੍ਰਭੂ, ਤੂੰ ਹੀ ਜੀਵਨ ਦਾ ਸੋਮਾ ਹੈ। ਬਖਸ਼ ਦੇ ਕਿ ਤੇਰੇ ਸੈਕਰਾਮੈਂਟ ਵਿੱਚ ਹਿੱਸਾ ਲੈਣਾ ਸਾਡੇ ਲਈ ਮੁਕਤੀ ਦੀ ਦਵਾ ਬਣ ਜਾਵੇ। ਇਹ ਸਾਨੂੰ ਗੁਨਾਹਾਂ ਦੇ ਜ਼ਖਮਾਂ ਤੋਂ ਚੰਗਾ ਕਰੇ ਅਤੇ ਤੇਰੇ ਨਾਲ ਮਿੱਤਰਤਾ ਵਿੱਚ ਸਾਨੂੰ ਕਾਇਮ ਰੱਖੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਪਈ ਕਦੀ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ, ਤੇਰੀ ਮਦਦ ਚਾਹੁੰਦੇ ਆ, ਤੇਰੀ ਸਿਫਾਰਿਸ਼ ਮੰਗਦੇ ਆ, ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇ ਤਾਰੀ ਹੋ ਗਈ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਹਜ਼ਰਤ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। तेरा लहू, तेरा लहू, तेरा लहू, तेरा लहू, तेरा लहू पाक करता है। तेरा लहू कुव्वत देता है। तेरा लहू पाक करता है। तेरा लहू कुव्वत देता है। तेरा लहू, तेरा लहू। तेरे लहू की धार से मिटते गुनाह और खिलते हैं फूल। तेरे लहू की धार
से ते गुना और खिलते हैं फूल। तेरा लहू धोकर के साफ करता है, तेरा लहू कुव्वत देता है। धोकर के साफ करता है, तेरा लहू कुव्वत देता है। तेरा लहू पाक करता है, तेरा लहू कुव्वत देता